ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਾਂਗੇ ਡਰੱਗ ਤਸਕਰੀ ਮਾਮਲੇ ਦੀ। ਇਹ ਡਰੱਗ ਤਸਕਰੀ ਦਾ ਮਾਮਲਾ ਜਿਹੜਾ ਕਿ ਪਿਛਲੇ ਤਕਰੀਬਨ 6 ਮਹੀਨਿਆਂ ਦੇ ਇੱਕ ਪ੍ਰੋਜੈਕਟ ਦੇ ਨਾਲ ਜੁੜਿਆ ਹੋਇਆ। ਪਹਿਲਾਂ ਵੀ ਇਹਦੇ ਸੰਬੰਧੀ ਟੋਰਾਂਟੋ ਅਤੇ ਕੈਲੀਫੋਰਨੀਆ 'ਚ ਗ੍ਰਿਫਤਾਰੀਆਂ ਹੋਈਆਂ। ਅੱਜ ਕੁਝ ਹੋਰ ਗ੍ਰਿਫਤਾਰੀਆਂ ਦੀ ਗੱਲ ਬਾਹਰ ਆਈ ਆ। ਮੂਲ ਨਿਵਾਸੀਆਂ ਦੇ ਇਲਾਕੇ BC ਦੇ ਵਿੱਚ 2 ਚਰਚਿਜ਼ ਨੂੰ ਅੱਗ ਲਾਈ ਗਈ ਆ। ਮਾਮਲਾ ਕੀ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਕਿਸਾਨ ਮੋਰਚੇ ਦਾ ਸਾਥ ਦੇਣ ਵਾਲੇ ਇੱਕ ਢਾਬਾ ਮਾਲਕ ਨੂੰ ਸਰਕਾਰ ਜਿਹੜੀ ਆ ਉਹ ਤੰਗ ਕਰ ਰਹੀ ਆ। ਉਹ ਰੋ ਕੇ ਆਪਣਾ ਹਾਲ ਬਿਆਨ ਰਿਹਾ ਆ। ਗੱਲ ਕਰਾਂਗੇ ਡੈਲਟਾ ਪਲੱਸ ਵੇਰੀਐਂਟ ਦੀ। ਅਲਫਾ ਵੇਰੀਐਂਟ ਹੁਣ ਡੈਲਟਾ ਵੇਰੀਐਂਟ, ਹੁਣ ਇੰਡੀਆ ਵਾਲੇ ਕਹਿੰਦੇ ਵੀ ਡੈਲਟਾ ਪਲੱਸ ਵੇਰੀਐਂਟ ਵੀ ਸਾਡੇ ਜਿਹੜਾ ਆ ਉਹ ਲੱਭਿਆ ਆ। ਇਹ ਬਹੁਤ ਖਤਰਨਾਕ ਆ। ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਰਾਜਸਥਾਨ ਦੇ ਇੱਕ ਬਜ਼ੁਰਗ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਆਪਣਾ ਹੱਠ ਨਹੀਂ ਛੱਡਿਆ। ਕੀ ਹੱਠ ਸੀਗਾ ਉਹ ਦੱਸਾਂਗੇ। ਵੱਡੇ ਬਾਦਲ ਸਾਹਿਬ ਦੀ ਪੁੱਛਗਿੱਛ ਹੋਈ ਆ ਬੇਅਦਬੀ ਮਾਮਲਿਆਂ ਦੇ ਵਿੱਚ। ਕਾਂਗਰਸੀਆਂ ਦੀ ਆਪਸੀ ਜੰਗ ਜਿਹੜੀ ਦਿੱਲੀ ਦਰਬਾਰ ਪਹੁੰਚੀ ਆ ਉਹਦੇ ਵਿੱਚੋਂ ਕੀ ਨਿਕਲਦਾ। ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਨਿੱਘਾ ਸਵਾਗਤ ਆ। ਡਰੱਗ ਤਸਕਰੀ ਇੱਕ ਬਹੁਤ ਵੱਡਾ ਮੁੱਦਾ ਆ। ਕੈਨੇਡਾ, ਅਮਰੀਕਾ, ਮੈਕਸੀਕੋ ਸਰਕਾਰਾਂ ਦਾ ਜ਼ੋਰ ਲੱਗਾ ਹੋਇਆ ਕਿ ਕਿਸੇ ਤਰੀਕੇ ਦੇ ਨਾਲ ਇਹ ਡਰੱਗ ਤਸਕਰੀ ਜਿਹੜੀ ਆ ਖਤਮ ਕੀਤੀ ਜਾਵੇ। ਇਹਦੇ ਨਾਲ ਹੋਰ ਬਹੁਤ ਬੁਰਾਈਆਂ ਜਿਹੜੀਆਂ ਜੁੜੀਆਂ ਹੋਈਆਂ। ਫਿਰ ਇਸ ਡਰੱਗ ਨੂੰ ਵੇਚਣ ਦੇ ਵਾਸਤੇ ਸਟਰੀਟ ਦੇ ਉੱਤੇ ਲੜਾਈਆਂ ਹੁੰਦੀਆਂ, ਗੋਲੀਆਂ ਚੱਲਦੀਆਂ। ਇਸੇ ਡਰੱਗ ਨੂੰ ਖਾ ਕੇ ਲੋਕ ਜਿਹੜੇ ਓਵਰਡੋਜ਼ ਹੁੰਦੇ ਆ। ਲਗਾਤਾਰ ਜਿਹੜੀਆਂ ਸਰਕਾਰਾਂ ਉਹ ਰਲ ਮਿਲ ਕੇ ਕੋਸ਼ਿਸ਼ ਕਰਦੀਆਂ ਇਸ ਡਰੱਗ ਨੂੰ ਖਤਮ ਕੀਤਾ ਜਾਵੇ। ਡਰੱਗ ਜਿਹੜੀ ਆ ਬਹੁਤੀ ਕਰਕੇ ਅਫਗਾਨਿਸਤਾਨ ਤੋਂ, ਮਿਡਲ ਈਸਟ ਤੋਂ, ਪਰ ਸਭ ਤੋਂ ਵੱਡੀ ਤੌਰ ਦੇ ਉੱਤੇ ਜਿਹੜਾ ਸਾਊਥ ਅਮਰੀਕਾ ਆ, ਜਿਵੇਂ ਕਿ ਕੋਲੰਬੀਆ ਅਤੇ ਨਾਲ ਮੈਕਸੀਕੋ, ਹੋਰ ਇਹੋ ਜਿਹੇ ਮੁਲਕ ਜਿਹੜੇ ਆ ਉੱਥੋਂ ਜ਼ਿਆਦਾ ਜਿਹੜੀ ਆ ਉਹ ਆਉਂਦੀ ਆ। ਹੁਣ ਕੈਲੀਫੋਰਨੀਆ ਦੀ ਜਿਹੜੀ ਪੁਲਿਸ ਆ ਅਤੇ ਨਾਲ ਜਿਹੜੀ ਆਪਣੀ ਕੈਨੇਡਾ ਦੇ ਅੰਟਾਰੀਓ ਅਤੇ BC ਦੀ ਪੁਲਿਸ ਹੈ ਰਲ ਕੇ ਪਿਛਲੇ ਕੁਝ ਮਹੀਨੇ ਤੱਕ ਪ੍ਰੋਜੈਕਟ ਚਲਾ ਰਹੀਆਂ ਸੀਗੀਆਂ। ਇਸ ਪ੍ਰੋਜੈਕਟ ਦਾ ਨਾਂ ਹੈਗਾ ਪ੍ਰੋਜੈਕਟ ਬ੍ਰਿਸਾ। ਇਹਦੇ ਵਿੱਚ ਪਹਿਲਾਂ ਵੀ ਕੈਲੀਫੋਰਨੀਆ ਦੇ ਵਿੱਚ ਕੁਝ ਗ੍ਰਿਫਤਾਰੀਆਂ ਹੋਈਆਂ ਸੀਗੀਆਂ। ਇਸੇ ਤਰ੍ਹਾਂ ਟੋਰਾਂਟੋ ਇਲਾਕੇ ਦੇ ਵਿੱਚ, BC ਦੇ ਵਿੱਚ ਕੁਝ ਗ੍ਰਿਫਤਾਰੀਆਂ ਹੋਈਆਂ ਆ। ਸੋ ਮਤਲਬ ਕੀ ਸੀਗਾ ਕਿ BC ਤੋਂ ਗ੍ਰਿਫਤਾਰੀਆਂ ਹੋਣ ਤੋਂ ਬਾਅਦ ਇਹ ਗੱਲ ਬਾਹਰ ਆਈ ਸੀਗੀ ਕਿ ਟੋਰਾਂਟੋ ਦੇ ਯਾਰਕ ਰੀਜਨ ਦੀ ਪੁਲਿਸ ਦਾ ਇੱਕ ਜਿਹੜਾ ਆਫੀਸਰ ਆ ਉਹ ਅੰਡਰ ਕਵਰ ਡਰੱਗ ਡੀਲਰ ਬਣ ਕੇ ਵਿਚਰਦਾ ਰਿਹਾ। ਇਸ ਤਰ੍ਹਾਂ ਜਿਹੜੀ ਅਮਰੀਕਾ ਦੀ DEA ਆ, ਡਰੱਗ ਇਨਫੋਰਸਮੈਂਟ ਏਜੰਸੀ, ਉਹਨਾਂ ਦੇ ਕੁਝ ਜਿਹੜੇ ਅਧਿਕਾਰੀ ਆ ਉਹ ਵੀ ਅੰਡਰ ਕਵਰ ਹੋ ਕੇ ਡਰੱਗ ਡੀਲਰ ਬਣ ਕੇ ਮਿਲਦੇ ਗਿਲਦੇ ਰਹੇ ਅਤੇ ਬਹੁਤ ਸਾਰਾ ਉਹ ਜਾਣਕਾਰੀ ਜਿਹੜੀ ਬਹੁਤ ਸਾਰੀ ਆ ਉਹ ਹਾਸਲ ਕਰਨ 'ਚ ਕਾਮਯਾਬ ਰਹੇ ਕਿ ਕਿਵੇਂ ਇਹ ਟਰਾਈਐਂਗਲ ਜਿਹੜਾ ਆ ਚੱਲ ਰਿਹਾ ਆ। ਮੈਕਸੀਕੋ, ਕੈਲੀਫੋਰਨੀਆ, ਉਸ ਤੋਂ ਬਾਅਦ ਅੰਟਾਰੀਓ, BC ਡਰੱਗ ਜਿਹੜੀ ਉਹ ਆ ਜਾ ਰਹੀ ਆ। ਇਹਦੇ ਵਿੱਚ ਭਾਰਤ ਤੋਂ, ਪਾਕਿਸਤਾਨ ਤੋਂ ਡਰੱਗ ਵੀ ਆਉਂਦੀ ਆ, ਅਫੀਮ ਵੀ ਆਉਂਦੀ ਆ। ਇਹ ਕਿਵੇਂ ਫਿਰ ਲੈਣ ਦੇਣ ਜਿਹੜਾ ਪੈਸੇ ਦਾ ਕੀਤਾ ਜਾਂਦਾ ਆ। ਸੋ ਪੇਸ਼ ਕੀਤੇ ਗਏ ਆ, ਉਹਨਾਂ ਦੇ ਵਿੱਚ ਇਹਦਾ ਜ਼ਿਕਰ ਕੀਤਾ ਗਿਆ ਆ। ਸੋ ਪੁਲਿਸ ਤਕਰੀਬਨ 70 ਦੇ ਕਰੀਬ ਜਿਹੜੇ ਲੋਕ ਇਸ ਮਾਮਲੇ ਵਿੱਚ ਗ੍ਰਿਫਤਾਰ ਕਰ ਚੁੱਕੀ ਹੈ, ਜਿਨ੍ਹਾਂ ਦੇ ਵਿੱਚ ਪੰਜਾਬੀਆਂ ਦੀ ਬਹੁਤ ਗਿਣਤੀ ਆ। ਪੰਜਾਬੀ ਵੀ ਉਹ ਕਈ ਬਹੁਤ ਨਾਮਵਰ, ਕਈ ਬਿਨਾਂ ਨਾਂ ਵਾਲੇ ਉਹ ਗ੍ਰਿਫਤਾਰ ਕੀਤੇ ਗਏ। ਹੁਣ ਤਾਜ਼ਾ ਮਾਮਲੇ ਦੇ ਵਿੱਚ 20 ਦੇ ਕਰੀਬ ਗ੍ਰਿਫਤਾਰੀਆਂ ਹੋਰ ਅੰਟਾਰੀਓ ਦੇ ਵਿੱਚ ਜਿਹੜੀਆਂ ਹੋਈਆਂ ਆ। ਇਸੇ ਪ੍ਰੋਜੈਕਟ ਦੇ ਅੰਡਰ ਤਕਰੀਬਨ 1000 ਕਿਲੋ ਦੇ ਕਰੀਬ ਨਸ਼ਾ ਜਿਹੜਾ ਆ ਉਹ ਬਰਾਮਦ ਕੀਤਾ ਗਿਆ ਆ, ਜਿਹਦੇ ਵਿੱਚ 444 ਕਿਲੋ ਕੋਕੇਨ ਫੜੀ ਗਈ ਆ, 182 ਕਿਲੋ ਕ੍ਰਿਸਟਲ ਮੈਥ, ਜਿਹਨੂੰ ਮੈਥਾਫੈਟਾਮਾਈਨ ਵੀ ਕਹਿੰਦੇ ਆ, 427 ਕਿਲੋ ਦੇ ਕਰੀਬ ਭੰਗ। ਇਹਦੇ ਨਾਲ ਹੀ ਤਕਰੀਬਨ $1 ਮਿਲੀਅਨ ਜਿਹੜਾ ਕੈਨੇਡੀਅਨ ਉਹ ਫੜਿਆ ਗਿਆ ਆ। ਕੁਝ ਗੱਡੀਆਂ ਜਿਨ੍ਹਾਂ ਦੇ ਵਿੱਚ ਕਿ ਲਗਜ਼ਰੀ ਗੱਡੀਆਂ, G ਵੈਗਨ ਵਗੈਰਾ, 5 ਟਰੈਕਟਰ ਟ੍ਰੇਲਰ ਵੀ ਫੜੇ ਗਏ ਆ ਅਤੇ ਇੱਕ ਗਨ ਜਿਹੜੀ ਆ ਉਹ ਵੀ ਬਰਾਮਦ ਹੋਈ ਆ। ਸੋ 20 ਦੇ ਕਰੀਬ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਆ। ਇਹਨਾਂ ਦੇ ਉੱਤੇ 182 ਦੇ ਕਰੀਬ ਕੁੱਲ ਮਿਲਾ ਕੇ ਚਾਰਜਸ ਜਿਹੜੇ ਆ ਉਹ ਲਾਏ ਗਏ ਆ। ਗ੍ਰਿਫਤਾਰ ਹੋਣ ਵਾਲਿਆਂ ਵਿੱਚ ਜੇ ਆਪਾਂ ਇਕੱਲੇ ਪੰਜਾਬੀਆਂ ਦੀ ਗੱਲ ਕਰ ਲਈਏ ਤਾਂ ਬਹੁਤੇ ਜਿਹੜੇ ਆ ਅੰਟਾਰੀਓ ਤੋਂ ਹੀ ਰਹਿਣ ਵਾਲੇ, ਅੰਟਾਰੀਓ ਦੇ ਰਹਿਣ ਵਾਲੇ ਆ। ਬਰੈਂਪਟਨ ਤੋਂ ਗੁਰਬਖਸ਼ ਸਿੰਘ ਗਰੇਵਾਲ ਉਮਰ 37 ਸਾਲ ਹੈ ਜੀ। ਕੈਲੇਡਨ ਤੋਂ ਹਰਬਲਜੀਤ ਸਿੰਘ ਤੂਰ ਉਮਰ 36 ਸਾਲ ਆ। ਕੈਲੇਡਨ ਨਾਲੇ ਬਰੈਂਪਟਨ ਦੇ ਪੈਂਦਾ। ਬਹੁਤ ਲੋਕਾਂ ਨੇ ਆਪਣੇ ਉੱਥੇ ਪ੍ਰੋਪਰਟੀਆਂ ਹੁਣ ਖਰੀਦੀਆਂ। ਫਾਰਮਿੰਗ ਜਿਹਾ ਏਰੀਆ ਹੈਗਾ, ਬਾਹਰ ਵੱਡੇ ਜਾ ਕੇ ਏਕੜ ਖਰੀਦਦੇ ਆ। ਕੈਲੇਡਨ ਤੋਂ ਅਮਰਬੀਰ ਸਿੰਘ ਸਰਕਾਰੀਆ ਉਮਰ 25 ਸਾਲ। ਕੈਲੇਡਨ ਤੋਂ ਹੀ ਰਵਿੰਦਰ ਕੌਰ ਭੁੱਲਰ ਉਮਰ 43 ਸਾਲ। ਕਿਚਨਰ ਤੋਂ ਸਰਜੰਟ ਸਿੰਘ ਧਾਲੀਵਾਲੇ ਦੀ ਉਮਰ 37 ਸਾਲ ਆ। ਇਸ ਦੇ ਨਾਲ ਹੀ ਕਿਚਨਰ ਤੋਂ ਹੀ ਹਰਬੀਰ ਧਾਲੀਵਾਲੇ ਦੀ ਉਮਰ 26 ਸਾਲ। 26 ਸਾਲਾਂ ਦਾ ਗੁਰਮਨਪ੍ਰੀਤ ਸਿੰਘ ਗਰੇਵਾਲ ਕਿਚਨਰ ਤੋਂ। ਬਰੈਂਪਟਨ ਤੋਂ 37 ਸਾਲਾਂ ਦਾ ਸੁਖਵੰਤ ਬਰਾੜ। ਬਰੈਂਪਟਨ ਤੋਂ ਪਰਮਿੰਦਰ ਗਿੱਲ ਉਮਰ 33 ਸਾਲ। ਇਹ ਜਿਹੜੇ ਗ੍ਰਿਫਤਾਰ ਕੀਤੇ ਗਏ ਇਹਨਾਂ 'ਚ ਸਰੀ ਦਾ ਇੱਕ ਗੋਰਾ ਜਿਹੜਾ ਜੇਸਨ ਹਿੱਲ ਉਹ ਵੀ ਫੜਿਆ ਗਿਆ। 2 ਜਣੇ ਹੱਲੇ ਕਹਿੰਦੇ ਫਰਾਰ ਆ। ਜਦੋਂ ਪਹਿਲਾਂ ਵੀ ਇਹ ਗ੍ਰਿਫਤਾਰੀਆਂ ਹੋਈਆਂ ਤਾਂ ਬੜੀ ਵੱਡੀ ਪੱਧਰ ਦੇ ਉੱਤੇ ਖਬਰਾਂ ਬਣੀਆਂ ਸੀਗੀਆਂ। ਉਸ ਤੋਂ ਬਾਅਦ ਦੇ ਵਿੱਚ ਹੋਇਆ ਕਿ ਇੱਕ ਇੱਕ ਕਰਕੇ ਜਿਹੜੇ ਲੋਕ
ਜ਼ਮਾਨਤ 'ਤੇ ਬਾਹਰ ਆ ਗਏ। ਸੋ ਬਾਹਰ ਆ ਕੇ ਇਹਨਾਂ ਨੇ ਜਿਹੜਾ ਬਹੁਤਿਆਂ ਨੇ ਚੁੱਪ ਵੱਟੀ ਰੱਖੀ ਆ। ਕੁਝ ਅਜਿਹੇ ਸੀਗੇ ਜਿਨ੍ਹਾਂ ਨੇ ਫਿਰ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਆਪਣੀਆਂ ਵੀਡੀਓ ਵੀ ਪਾਈਆਂ ਕਿ ਅਸੀਂ ਤਾਂ ਛੁੱਟ ਕੇ ਆ ਗਏ ਹਾਂ। ਹਾਲਾਂਕਿ ਇਹ ਸਾਰੇ ਜ਼ਮਾਨਤ ਦੇ ਉੱਤੇ ਆ, ਕੇਸ ਇਹ ਚੱਲਣੇ ਬਾਕੀ ਆ, ਸਬੂਤ ਹਜੇ ਅਦਾਲਤਾਂ 'ਚ ਪੇਸ਼ ਹੋਣੇ ਬਾਕੀ ਆ, ਫਿਰ ਜਾ ਕੇ ਪਤਾ ਲੱਗਣਾ ਕਿ ਛੁੱਟਦੇ ਆ ਕਿ ਨਹੀਂ। ਪਰ ਹਾਲ ਦੀ ਘੜੀ ਜਿਹੜਾ ਕੇਸ ਬੜਾ ਲੰਮਾ ਚੱਲੂਗਾ ਅਤੇ ਦਿਲਚਸਪ ਵੀ ਬਹੁਤ ਹੋਊਗਾ, ਕਿਉਂਕਿ ਇਹਦੇ ਵਿੱਚ ਸਾਰੀ ਜਾਣਕਾਰੀ ਹੋਣੀ ਆ ਕਿ ਕਿਹੜਾ ਕਿਹੜਾ ਡਰੱਗ ਡੀਲਰ ਕਿਵੇਂ ਪੁਲਿਸ ਦੇ ਨਾਲ ਡੀਲ ਕਰਦਾ ਰਿਹਾ, ਕਿਵੇਂ ਜਾਣਕਾਰੀ ਦਿੰਦਾ ਰਿਹਾ, ਪੈਸਿਆਂ ਦਾ ਲੈਣ ਦੇਣ ਕਿਵੇਂ ਹੁੰਦਾ ਰਿਹਾ, ਇੰਡੀਆ ਤੋਂ ਡਰੱਗ ਕਿਹੜੀ ਕਿਹੜੀ ਆਉਂਦੀ ਸੀ, ਇੱਥੋਂ ਗਾਹਾਂ ਫਿਰ ਮੈਕਸੀਕੋ ਤੋਂ ਕਿਹੜੀ ਕਿਹੜੀ ਆਉਂਦੀ ਸੀ, ਕੈਲੀਫੋਰਨੀਆ ਤੋਂ ਇੱਧਰ ਕਿੱਦਾਂ ਆਉਂਦੀ ਸੀਗੀ, BC ਇੰਟਾਰੀਓ ਤੋਂ ਕੈਲੀਫੋਰਨੀਆ ਕਿਵੇਂ ਜਾਂਦੀ ਸੀ। ਇਹ ਸਾਰੀਆਂ ਗੱਲਾਂ ਬਾਤਾਂ ਬਹੁਤ ਵੱਡਾ ਜਿਹੜਾ ਆ ਐਪੀਸੋਡ ਇਹ ਚੱਲਣ ਵਾਲਾ ਆ, ਚੱਲੂਗਾ ਉਦੋਂ ਜਦੋਂ ਇਹ ਅਦਾਲਤ ਵਿੱਚ ਕੇਸ ਜਿਹੜਾ ਆ ਪੂਰੀ ਤਰ੍ਹਾਂ ਤੁਰ ਪਿਆ। ਇਸ ਦੇ ਨਾਲ ਹੀ ਲੋਕ ਬੜਾ ਸਵਾਲ ਕਰ ਰਹੇ ਆ ਜੀ ਕਿ ਉਹ ਜਿਹੜੀ ਸਰੀ ਦੇ ਵਿੱਚ ਫੀਮ ਫੜ ਹੋਈ ਸੀਗੀ 10 ਕੁਆਂਟਲ, ਉਹਦਾ ਕੀ ਬਣਿਆ। ਉਹ 10 ਕੁਆਂਟਲ ਫੀਮ ਜਿਹੜੀ ਸਰੀ ਦੇ ਇੱਕ ਵੇਅਰਹਾਊਸ 'ਚ ਫੜੀ ਗਈ ਸੀ। ਉਸ ਤੋਂ ਬਾਅਦ 'ਚ ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਸੀਗਾ ਕਿ 5 ਜਾਣੇ ਜਿਹੜੇ ਗ੍ਰਿਫਤਾਰ ਕੀਤੇ ਗਏ ਸੀ ਮੌਕੇ ਤੋਂ। ਹਾਲੇ ਤੱਕ ਇੰਨੇ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਹਨਾਂ ਦੀ ਕੋਈ ਉੱਗ ਸੁੱਗ ਨਹੀਂ ਨਿਕਲੀ। ਜਿੰਨੇ ਲੋਕ ਉਨੀਆਂ ਹੀ ਗੱਲਾਂ, ਕੋਈ ਕਹਿੰਦਾ ਫਲਾਣਾ ਫਰਨੀਚਰ ਵਾਲਾ ਸੀਗਾ, ਕੋਈ ਕਹਿੰਦਾ ਜੀ ਕੱਪੜੇ ਵਾਲਾ ਸੀਗਾ, ਕੋਈ ਕਹਿੰਦਾ ਨਹੀਂ ਗਰੋਸਰੀ ਵਾਲਾ ਸੀਗਾ। ਅਫਵਾਹਾਂ ਜਿਹੜੀਆਂ ਬਹੁਤ ਚੱਲ ਰਹੀਆਂ, ਪਰ CBSA ਦੇ ਹਜੇ ਤੱਕ ਵੀ ਸਾਨੂੰ ਵਾਰ-ਵਾਰ ਈਮੇਲ ਭੇਜਣ ਦੇ ਉੱਤੇ ਕੋਈ ਜਵਾਬ ਨਹੀਂ ਦਿੱਤਾ। ਜਿਹੜੇ ਵਕੀਲ ਨੇ ਉਹ ਇਹੀ ਦੱਸ ਰਹੇ ਆ ਕਿ ਇਸ ਮਾਮਲੇ ਦੀ ਜਿਹੜੀ ਜਾਂਚ ਚੱਲਦੀ ਹੈ ਅਤੇ ਉਹ CBSA ਜਾਂ RCMP ਜਾਂਚ ਕਰਦੀਆਂ, ਉਹ ਜਾਣਕਾਰੀ ਬਾਹਰ ਨਹੀਂ ਦਿੰਦੀਆਂ ਜਿੰਨਾ ਚਿਰ ਚਾਰਜ ਨਹੀਂ ਲੱਗਦੇ। ਤੋ ਚਾਰਜ ਲਾਉਣ ਦਾ ਸੁੱਖ ਨਾਲ ਇਸ ਵੇਲੇ ਜਿਹੜਾ ਪ੍ਰੋਸੀਜਰ ਹੈ ਉਹ ਇੰਨਾ ਡੂੰਘਾ ਅਤੇ ਗੁੰਝਲਦਾਰ ਬਣਾ ਦਿੱਤਾ ਵੀ ਲਗਭਗ ਦੋਸ਼ ਸਾਬਤ ਕਰਨ ਵਾਲੀ ਗੱਲ ਇਹ ਹੋ ਜਾਂਦੀ ਆ, ਫਿਰ ਜਾ ਕੇ ਚਾਰਜ ਲਾਏ ਜਾਂਦੇ ਆ। ਚਾਰਜ ਲੱਗਣਗੇ, ਫਿਰ ਲੋਕਾਂ ਦੇ ਨਾਮ ਬਾਹਰ ਆਊਗੇ, ਫਿਰ ਪਤਾ ਲੱਗੂਗਾ ਵੀ ਉਹ 10 ਕੁਆਂਟਲ ਫੀਮ ਜਿਹੜੀ ਕਿਹੜੇ ਵੇਅਰਹਾਊਸ ਦੇ ਵਿੱਚੋਂ ਲੱਭੀ ਹੈਗੀ ਹੈ ਜੀ। ਅਤੇ ਇੱਕ ਜਿਹੜੀ ਹੋਰ ਗੱਲ ਸਾਹਮਣੇ ਆ ਰਹੀ ਆ ਕਿ ਪਹਿਲਾਂ ਵੀ ਕਈ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਪੰਜਾਬੀ ਜਿਹੜੇ ਆ ਕੈਨੇਡਾ ਅਮਰੀਕਾ ਦੇ ਰਹਿਣ ਵਾਲੇ, ਉਹ ਅਫੀਮ ਅਤੇ ਡੋਡਿਆਂ ਦਾ ਸੇਵਨ ਜਿਹੜਾ ਕਰਦੇ ਆ। ਕਈ ਤਾਂ ਜਿਹੜੇ ਆ ਆਪਣੇ ਘਰ ਦੇ ਵਿੱਚ ਉਗਾ ਲੈਂਦੇ ਆ ਜਾਂ ਕਿਤੋਂ ਔਰਗੈਨਿਕ ਪ੍ਰਾਪਤ ਕਰ ਲੈਂਦੇ ਆ ਡੋਡੇ, ਕਈ ਜਿਹੜੇ ਬਾਜ਼ਾਰ ਦੇ ਵਿੱਚੋਂ ਖਰੀਦਦੇ ਆ। ਹਾਲਾਂਕਿ ਇਹਨਾਂ ਦੇ ਉੱਤੇ ਹੁਣ ਪਾਬੰਦੀ ਲੱਗੀ ਹੋਈ ਆ। ਅਫੀਮ ਅਤੇ ਡੋਡਿਆਂ ਦੇ ਵਿੱਚ ਵੀ ਫੈਂਟਾਨਿਲ ਮਿਲਾ ਕੇ ਜਿਹੜੀ ਆ ਉਹਨਾਂ ਦਾ ਨਸ਼ਾ ਵਧਾਉਣ ਦੇ ਵਾਸਤੇ ਵੇਚੀ ਜਾ ਰਹੀ ਆ। ਸਰੀ ਦੇ ਵਿੱਚ ਅਜਿਹੀਆਂ ਸੂਚਨਾਵਾਂ ਕਈ ਵਾਰੀ ਮਿਲੀਆਂ ਕਿ ਫਲਾਣਾ ਬੰਦਾ ਜਿਹੜਾ ਆ ਉਹ ਫੀਮ ਦੇ ਨਾਲ ਓਵਰਡੋਜ਼ ਹੋ ਕੇ ਜਾਂ ਡੋਡਿਆਂ ਨਾਲ ਓਵਰਡੋਜ਼ ਹੋ ਕੇ ਹਸਪਤਾਲ ਪਿਆ ਜਾਂ ਚੜ੍ਹਾਈ ਕਰ ਗਿਆ। ਜਦੋਂ ਤੁਸੀਂ ਇਹ ਸੋਚਦੇ ਵੀ ਖਰੇ ਓਵਰਡੋਜ਼ ਜਿਹੜੀ ਆ, ਜਦੋਂ ਅਸੀਂ ਕੋਈ ਡਰੱਗ ਲਵਾਂਗੇ, ਹੈਰੋਇਨ, ਕੋਕੇਨ ਜਾਂ ਕੋਈ ਕ੍ਰਿਸਟਲ ਮੈਥ, ਉਹਦੇ ਨਾਲ ਹੀ ਬੰਦਾ ਹੋ ਸਕਦਾ, ਇਹ ਗੱਲ ਜਿਹੜੀ ਆ ਪੂਰੀ ਸੱਚਾਈ ਨਹੀਂ ਹੈਗੀ। ਉਹਨਾਂ ਦੇ ਵਿੱਚ ਵੀ ਇਹ ਓਵਰਡੋਜ਼ ਲਈ ਫੈਂਟਾਨਿਲ ਵਰਤੀ ਜਾਂਦੀ ਆ, ਨਸ਼ਾ ਵਧਾਉਣ ਲਈ ਵਰਤੀ ਜਾਂਦੀ ਆ, ਅਤੇ ਹੁਣ ਇਹ ਡੋਡਿਆਂ ਦੇ ਫੀਮ ਦੇ ਵਿੱਚ ਵੀ ਵਰਤੀ ਜਾਣ ਲੱਗੀ ਹੈ। ਇਸ ਕਰਕੇ ਤੁਹਾਨੂੰ ਪੂਰਾ ਜਿਹੜਾ ਆ ਬਚਾਅ ਰੱਖਣਾ ਚਾਹੀਦਾ ਉਹਨਾਂ ਲੋਕਾਂ ਨੂੰ ਜਿਹੜੇ ਕਿ ਕਿਤੇ ਕਿਤਾਈ ਜਾਂ ਪੱਕੇ ਤੌਰ ਦੇ ਉੱਤੇ ਫੀਮ ਜਾਂ ਡੋਡੇ ਜਿਹੜੇ ਆ ਛਕਦੇ ਆ, ਅਦਰਵਾਈਜ਼ ਜਿਹੜੀ ਤੁਹਾਡੀ ਜਾਨ ਜਾ ਸਕਦੀ ਆ। ਇਸ ਦੇ ਨਾਲ ਹੀ ਆਪਾਂ ਗੱਲ ਕਰਾਂਗੇ, ਦੋ ਜਿਹੜੀਆਂ ਚਰਚਾਂ ਨੇ, ਗਿਰਜਾ ਘਰ ਨੇ BC ਦੇ ਵਿੱਚ, ਉਹਨਾਂ ਨੂੰ ਅੱਗ ਲੱਗੀ ਆ। ਪੁਲਿਸ ਜਿਹੜੀ ਆ ਮੌਕਾ ਹਾਲਾਤ 'ਤੇ ਪਹੁੰਚੀ ਆ, ਉਹ ਕਹਿੰਦੀ ਵੀ ਅੱਗ ਸ਼ੱਕੀ ਲੱਗਦੀ ਆ, ਵੀ ਅੱਗ ਇਉਂ ਨਹੀਂ ਲੱਗਦਾ ਵੀ ਆਪਣੇ ਆਪ ਲੱਗੀ ਹੈ, ਅੱਗ ਲਾਈ ਗਈ ਆ। BC ਦੇ ਇੰਟੀਰੀਅਰ ਦੇ ਵਿੱਚ 2 ਸ਼ਹਿਰ ਨੇ, ਪੈਂਟਿਕਟਨ ਅਤੇ ਅਸੋਈਅਸ, ਕਲੋਨਾਂ ਦੇ ਇਹ ਲਾਗੇ ਪੈ ਜਾਂਦੇ ਆ। ਉੱਥੋਂ ਦੇ ਜਿਹੜੇ ਮੂਲ ਨਿਵਾਸੀਆਂ ਦੇ ਪਿੰਡ ਨੇ, ਉਹਨਾਂ ਦੇ ਵਿੱਚ ਇਹ ਚਰਚਾਂ ਜਿਹੜੀਆਂ ਸੀਗੀਆਂ ਦੋਵੇਂ, ਇੱਕ ਪੈਂਟਿਕਟਨ ਦੇ ਵਿੱਚ, ਇੱਕ ਅਸੋਈਅਸ ਦੇ ਵਿੱਚ, ਉੱਥੇ ਅੱਗ ਲੱਗੀ ਹੈ ਅਤੇ ਇਹ ਬੁਰੀ ਤਰ੍ਹਾਂ ਸੜ ਕੇ ਜਿਹੜੀਆਂ ਸਵਾਹ ਹੋ ਗਈਆਂ। ਹੁਣ ਜਿਹੜੀਆਂ ਉੱਥੋਂ ਦੇ ਮੂਲ ਨਿਵਾਸੀਆਂ ਦੇ ਪਿੰਡ ਨੇ, ਜਿਹੜੇ ਉਹ ਕਬੀਲੇ ਨੇ, ਉਹਨਾਂ ਦੇ ਜਿਹੜੇ ਚੀਫ ਆ, ਉਹਨਾਂ ਵਿੱਚੋਂ ਇੱਕ ਚੀਫ ਜਿਹੜੇ ਗ੍ਰੈਬਰੀਅਲ ਆ, ਉਹਨਾਂ ਨੇ ਕਿਹਾ ਵੀ ਇਹ ਜਿਹੜੇ ਚਰਚ ਸੀਗੇ ਅਸੀਂ ਆਪਣੇ ਵਿਆਹਾਂ ਸ਼ਾਦੀਆਂ ਵਾਸਤੇ ਅਤੇ ਇਸ ਦੇ ਨਾਲ ਹੀ ਸੰਸਕਾਰ ਵਾਸਤੇ, ਫਿਊਨਰਲ ਵਾਸਤੇ ਅਤੇ ਹੋਰ ਸਮਾਗਮਾਂ ਲਈ ਅਸੀਂ ਵਰਤਦੇ ਸੀਗੇ, ਅਤੇ ਇਹਨੂੰ ਜਿਹੜੀ ਅੱਗ ਲੱਗਣੀ ਆ ਉਹ ਬੜੀ, ਉਹ ਕਹਿੰਦੇ ਮੰਦਭਾਗੀ ਆ। ਮਿਕਸ ਰਿਐਕਸ਼ਨ ਕਹਿੰਦੇ ਹੈਗਾ, ਮਿਕਸ ਫੀਲਿੰਗ ਸਾਨੂੰ ਆ ਰਹੀ ਆ। ਇੱਕ ਪਾਸੇ ਇਸ ਚਰਚ 'ਤੇ ਅਸੀਂ ਮੱਥਾ ਟੇਕਣ ਜਾਂਦੇ ਸੀ, ਸੁਣਨ ਜਾਂਦੇ ਸੀ ਪ੍ਰਵਚਨ, ਅਤੇ ਦੂਜੇ ਪਾਸੇ ਜਿਹੜੀ ਗੱਲ ਹੈਗੀ ਆ ਕਿ ਹੁਣ ਹਾਲ ਹੀ ਦੇ ਵਿੱਚ ਸਾਡੇ ਜ਼ਖਮ ਜਿਹੜੇ ਆ ਬੜੇ ਫੇਰ ਚਿੜੇ ਹੋਏ ਆ ਕਿ ਚਰਚ ਦੀ ਕਮਾਂਡ ਦੇ ਹੇਠ ਜਿਹੜਾ ਸਾਡੇ ਬੱਚਿਆਂ ਦੇ ਨਾਲ, ਸਾਡੇ ਨਾਲ ਧੱਕਾ ਹੁੰਦਾ ਰਿਹਾ, ਨਸਲਘਾਤ ਹੁੰਦਾ ਰਿਹਾ ਆ। ਲੋਕ ਜਿਹੜੇ ਆ ਉਹ ਮਿਕਸ ਫੀਲਿੰਗ ਲੈ ਕੇ ਰਹੇ ਆ ਵੀ ਚਰਚ ਨੂੰ ਅੱਗ ਲੱਗਣੀ ਜਿਹੜੀ ਆ ਚੰਗਾ ਹੋਇਆ ਕਿ ਮਾੜਾ ਹੋਇਆ। ਪਰ ਉਹ ਕਹਿੰਦੇ ਇਹਦਾ ਮਤਲਬ ਇਹ ਨਾ ਲੈ ਲਓ ਮੇਰੇ ਬਿਆਨ ਦਾ ਵੀ ਚਰਚ ਨੂੰ ਅੱਗ ਅਸੀਂ ਲਾਈ ਹੈ। ਮੈਂ ਆਪਣੇ ਮਨ ਦੀ ਅਵਸਥਾ ਜਿਹੜੀ ਆ ਉਹ ਜ਼ਾਹਰ ਕੀਤੀ ਆ ਕਿ ਸਾਡਾ ਕਬੀਲਾ ਜਿਹੜਾ ਇੱਦਾਂ ਮਹਿਸੂਸ ਕਰਦਾ ਵੀ ਲੋਕਾਂ ਨੂੰ ਖੁਸ਼ੀ ਵੀ ਆ, ਗਮੀ ਵੀ ਆ। ਗਮੀ ਇਸ ਕਰਕੇ ਆ ਕਿ ਸਾਡਾ ਧਾਰਮਿਕ ਸਥਾਨ ਸੀਗਾ, ਉਹਨੂੰ ਅੱਗ ਲੱਗੀ ਆ, ਅਤੇ ਖੁਸ਼ੀ ਕਈਆਂ ਨੂੰ ਇਸ ਕਰਕੇ ਆ ਵੀ ਇਹ ਉਹ ਚਰਚ ਆ ਜਿਹੜੀ ਸਾਡੇ ਉੱਤੇ ਜ਼ੁਲਮ ਕਰਦੀ ਰਹੀ ਆ। ਅਤੇ ਇਸ ਦੇ ਨਾਲ ਹੀ ਜਿਹੜੀ ਆ ਉਹ ਗੱਲਬਾਤ ਕਰ ਰਹੇ ਆ, ਉਹ ਕਹਿੰਦੇ ਵੀ
ਮੈਂ ਬੇਨਤੀ ਕਰਦਾ ਫਿਰ ਇੱਕ ਵਾਰੀ ਵੀ ਇਹ ਅੰਦਾਜ਼ੇ ਨਾ ਲਾ ਲਿਓ ਵੀ ਅੱਗਾਂ ਜਿਹੜੀਆਂ ਅਸੀਂ ਲਾਈਆਂ ਆ। ਪੁਲਿਸ ਨੂੰ ਆਪਣੀ ਜਾਂਚ ਜਿਹੜੀ ਆ ਉਹ ਕਰਨ ਦਿੱਤੀ ਜਾਵੇ, ਫਿਰ ਹੀ ਕਿਸੇ ਨਤੀਜੇ ਦੇ ਉੱਤੇ ਪਹੁੰਚਿਆ ਜਾ ਸਕਦਾ ਆ। ਤੇ RCMP ਨੇ ਵੀ ਇਹੀ ਗੱਲ ਕਹੀ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ, ਤੇ ਜਾਂਚ ਵੀ ਇਸੇ ਐਂਗਲ ਤੋਂ ਕਰ ਰਹੇ ਹਾਂ ਕਿ ਅੱਗਾਂ ਸ਼ੱਕੀ ਹੈਗੀਆਂ ਆ, ਲਾਈਆਂ ਗਈਆਂ ਜਾਪਦੀਆਂ, ਆਪਣੇ ਆਪ ਨਹੀਂ ਲੱਗੀਆਂ ਹੈਗੀਆਂ। ਪਰ ਵਾਰ-ਵਾਰ ਅਸੀਂ ਵੀ ਇਹੀ ਕਹਿੰਦੇ ਹਾਂ ਕਿ ਕੋਲੋਂ ਅੰਦਾਜ਼ੇ ਜਿਹੜੇ ਆ ਨਾ ਲਾਏ ਜਾਣ। ਮੁੱਦਾ ਬਹੁਤ ਸੈਂਸਿਟਿਵ ਆ, ਇਸ ਕਰਕੇ ਕੋਈ ਵੀ ਜਿਹੜੀ ਆ ਗਲਤ ਗੱਲ ਕੀਤੀ ਹੋਈ ਜਾਂ ਗਲਤ ਅੰਦਾਜ਼ਾ ਲਾਇਆ ਹੋਇਆ ਹੋਰ ਨੁਕਸਾਨ ਜਿਹੜਾ ਉਹ ਪਹੁੰਚਾ ਸਕਦਾ ਆ। ਗੱਲ ਆਪਾਂ ਕਿਸਾਨ ਅੰਦੋਲਨ ਦੀ ਕਰੀਏ, ਕਿਸਾਨ ਮੋਰਚੇ ਦੀ ਕਰੀਏ, ਤਾਂ 7ਵੇਂ ਮਹੀਨੇ 'ਚ ਦਾਖਲ ਹੋਇਆ ਮੋਰਚਾ ਹੱਲੇ ਵੀ ਜਿਹੜਾ ਆ ਪੂਰੀ ਪੱਧਰ ਦੇ ਉੱਤੇ ਜਾਰੀ ਹੈਗਾ ਆ। ਕਿਸਾਨ ਜਿਹੜੇ ਸਾਡੇ ਬਜ਼ੁਰਗ ਨੇ ਉੱਥੇ ਜਿਹੜੇ ਬੈਠੇ ਆ, ਉਹਨਾਂ ਨੇ ਸਾਰਾ ਸਿਆਲ ਜਿਹੜਾ ਕਹਿ ਲਓ ਵੀ ਜਿਹੜੀ ਠੰਡ ਹੈਗੀ ਆਪਣੇ ਪਿੰਡੇ ਦੇ ਉੱਤੇ ਹੰਢਾਈ ਆ, ਤੇ ਹੁਣ ਅੰਤਾਂ ਦੀ ਗਰਮੀ ਜਿਹੜੀ ਆਪਣੇ ਪਿੰਡੇ 'ਤੇ ਹੰਢਾ ਰਹੇ ਆ। ਇੱਥੇ 28-30 ਡਿਗਰੀ ਟੈਂਪਰੇਚਰ ਹੋ ਜਾਂਦਾ ਤਾਂ ਉਸੇ ਵੇਲੇ ਗਰਮੀ ਮਹਿਸੂਸ ਹੋਣ ਲੱਗ ਪੈਂਦੀ ਆ। ਉੱਥੇ ਟੈਂਪਰੇਚਰ ਦਿੱਲੀ ਦੇ ਵਿੱਚ ਪਤਾ ਵੀ ਪਾਣੀ ਦੀ ਵੀ ਘਾਟ ਆ, 40 ਤੋਂ 50 ਡਿਗਰੀ ਵੀ ਹੋ ਜਾਂਦਾ ਇਹਨਾਂ ਦਿਨਾਂ ਦੇ ਵਿੱਚ। ਅਤੇ ਉਹ ਬਜ਼ੁਰਗ ਉੱਥੇ ਜਿਹੜੇ ਆ ਉਹ ਤੰਬੂਆਂ ਦੀ ਛਾਂ ਦੇ ਵਿੱਚ ਅਤੇ ਜਿਹੜੀ ਤਪਦੀ ਹੋਈ ਲੁੱਕ ਹੈਗੀ ਆ ਸੜਕ ਆ ਉਹਦੇ ਉੱਤੇ ਬੈਠੇ ਆ। ਸੋ ਇੱਕ ਪਾਸੇ ਜਿਹੜੇ ਉਹ ਬਜ਼ੁਰਗਾਂ ਦੀ ਗੱਲ ਜਿਹੜੀ ਕਿਸਾਨ ਮੋਰਚੇ ਦੀ ਗੱਲ ਜਿਹੜੀ ਆ ਸੁਣੀ ਨਹੀਂ ਜਾ ਰਹੀ। ਮੋਦੀ ਸਰਕਾਰ ਇੰਨੀ ਬਜ਼ਿੱਦ ਹੋਈ ਆ, ਉਹ ਕਹਿੰਦੇ ਵੀ ਸਾਨੂੰ ਹੋਰ ਸਾਰਾ ਕੁਝ ਮਨਜ਼ੂਰ ਹੈ ਜੀ, ਕਿਸਾਨਾਂ ਦੀ ਗੱਲ ਨਹੀਂ ਮੰਨਣੀ। ਇੰਨਾ ਇੰਟਰਨੈਸ਼ਨਲ ਪ੍ਰੈਸ਼ਰ ਪੈਣ ਦੇ ਬਾਵਜੂਦ ਵੀ ਜਿਹੜੀ ਆ ਉਹ ਗੱਲ ਮੰਨੀ ਨਹੀਂ ਜਾ ਰਹੀ। ਅਤੇ ਦੂਜੇ ਪਾਸੇ ਹੁਣ ਜਿਹੜੇ ਲੋਕ ਕਿਸਾਨਾਂ ਦੀ ਮਦਦ ਕਰ ਰਹੇ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਆ। ਅਜਿਹੀ ਇੱਕ ਮਿਸਾਲ ਜਿਹੜੀ ਆ ਉਹ ਇੱਕ ਢਾਬਾ ਮਾਲਕ ਦੇ ਸਾਹਮਣੇ ਵਜੋਂ ਆਈ ਆ। ਗੋਲਡਨ ਹੱਟ ਦੇ ਮਾਲਕ ਰਾਮ ਸਿੰਘ ਰਾਣਾ, ਉਹਨਾਂ ਨੇ ਇੱਕ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਰੋਂਦਿਆਂ ਹੋਇਆਂ ਦੱਸਿਆ ਕਿ ਉਹਨਾਂ ਨੂੰ ਬਰਬਾਦ ਕਰਨ ਦੇ ਵਾਸਤੇ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ। ਰਾਮ ਸਿੰਘ ਰਾਣਾ ਉਹਨਾਂ ਦੇ ਬਾਰੇ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਆ ਚੁੱਕੀਆਂ, ਬਹੁਤ ਸਾਰੇ ਚੈਨਲਾਂ ਦੇ ਨਾਲ ਪਹਿਲਾਂ ਇੰਟਰਵਿਊ ਕਰ ਚੁੱਕੇ ਆ। ਇੱਕ ਮਸ਼ਹੂਰ ਨਾਂ ਜਿਹੜਾ ਬਣਿਆ ਕਿਉਂਕਿ ਹਰ ਰੋਜ਼ ਪਹਿਲੇ ਦਿਨ ਤੋਂ ਕਿਸਾਨ ਮੋਰਚੇ ਦੇ ਵਾਸਤੇ ਪਾਣੀ ਅਤੇ ਦੁੱਧ ਦੀ ਸੇਵਾ ਕਰ ਰਹੇ ਆ। ਪਾਣੀ ਤੁਹਾਨੂੰ ਪਤਾ ਕਿ ਉੱਥੇ ਕਿੱਡੀ ਵੱਡੀ ਲੋੜ ਆ, ਪਾਣੀ ਪਹੁੰਚਾਇਆ ਜਾ ਰਿਹਾ, ਦੁੱਧ ਪਹੁੰਚਾਇਆ ਜਾ ਰਿਹਾ, ਅਤੇ ਆਉਂਦੇ ਜਾਂਦੇ ਨੂੰ ਪ੍ਰਸ਼ਾਦਾ ਵੀ ਜਿਹੜਾ ਆ ਛਕਾਇਆ ਜਾਂਦਾ ਆ। ਸੋ ਇਹ ਲੱਖਾਂ ਰੁਪਏ ਦਾ ਖਰਚਾ ਜਿਹੜਾ ਰੋਜ਼ ਆਪਣੇ ਪੱਲਿਓਂ ਕਰ ਰਹੇ ਆ। ਅਤੇ ਹੁਣ ਕੀ ਕੀਤਾ ਕਿ ਜਿਹੜਾ ਉਹਨਾਂ ਦਾ ਕੁਰੂਕਸ਼ੇਤਰ ਵਾਲਾ ਹੋਟਲ ਆ, ਢਾਬਾ ਗੋਲਡਨ ਹੱਟ ਆ, ਉਹਦਾ ਟ੍ਰੈਫਿਕ ਰੋਕ ਦਿੱਤਾ ਗਿਆ ਵੀ ਉਹਦੇ ਮੂਹਰੇ ਰਾਤੋਂ ਰਾਤ ਜਿਹੜੇ ਬੈਰੀਕੇਡ ਸੀਮੈਂਟ ਦੇ ਆ ਉਹ ਪ੍ਰਸ਼ਾਸਨ ਵੱਲੋਂ ਲਾ ਦਿੱਤੇ ਗਏ ਆ ਤਾਂ ਕਿ ਕੋਈ ਗੱਡੀ ਜਿਹੜੀ ਆ ਉਹ ਐਂਟਰ ਨਾ ਕਰ ਸਕੇ। ਕਾਰਨ ਸਿਰਫ ਇਹੀ ਕਿਉਂਕਿ ਕਿਸਾਨ ਮੋਰਚੇ ਦੀ ਹਮਾਇਤ ਕਰ ਰਹੇ ਆ, ਕਿਸਾਨਾਂ ਨੂੰ ਪਾਣੀ ਦੁੱਧ ਵਗੈਰਾ ਉਹਦੀ ਸੇਵਾ ਕਰ ਰਹੇ ਆ। ਸੋ ਉਹਨਾਂ ਨੇ ਦੱਸਿਆ ਕਿ ਹੋਰ ਤਾਂ ਮੇਰਾ ਕੋਈ ਕਸੂਰ ਇਹ ਹੈ ਨਹੀਂ ਗਾ, ਵੀ ਮੈਂ ਤਾਂ ਕਿਸਾਨਾਂ ਨੂੰ ਪਸੰਦ ਕਰਦਾ ਹਾਂ, ਕਿਸਾਨਾਂ ਦੇ ਸੰਘਰਸ਼ ਨਾਲ ਹਮਾਇਤ ਰੱਖਦਾ ਹਾਂ, ਇਸ ਕਰਕੇ ਜਿਹੜੀ ਸਰਕਾਰ ਆ ਮੇਰੇ ਨਾਲ ਧੱਕਾ ਕਰ ਰਹੀ ਆ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਤਾਂ ਇਹ ਆਪਾਂ ਕਹਿ ਸਕਦੇ ਕਿ ਮੋਦੀ ਸਰਕਾਰ ਦੇ ਜ਼ੁਲਮ ਦੀ ਇੰਤਹਾ ਹੈਗੀ ਆ। ਇੱਕ ਸ਼ਾਂਤਮਈ ਅੰਦੋਲਨ ਅਤੇ ਉਹਦੇ ਸਮਰਥਕ ਜਿਹੜੇ ਆ ਉਹ ਵੀ ਸ਼ਾਂਤਮਈ ਤੌਰ ਦੇ ਉੱਤੇ ਦੁੱਧ ਪਾਣੀ ਪਿਆ ਰਹੇ ਆ ਅਤੇ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ। ਇੱਦੋਂ ਵੱਡੀ ਜਿਹੜੀ ਆ ਢੀਠਤਾਈ ਵਾਲੀ ਜ਼ੁਲਮ ਵਾਲੀ ਗੱਲ ਜਿਹੜੀ ਆ ਕੋਈ ਹੋਰ ਨਹੀਂ ਹੋ ਸਕਦੇ। ਅਤੇ ਇਹ ਹੁਣ ਗੱਲ ਜਿਹੜੀ ਆ ਉਹ ਸਾਰੇ ਕਿਸਾਨ ਸਮਰਥਕਾਂ ਨੇ ਸੋਚਣੀ ਆ ਕਿ ਜੇ ਉਹਨਾਂ ਦੇ ਨਾਲ ਧੱਕਾ ਹੁੰਦਾ ਤਾਂ ਇਹਦੇ ਨਾਲ ਫਿਰ ਰਿਐਕਟ ਕਿਵੇਂ ਕਰਨਾ। ਜਿਹੜੇ ਬੈਰੀਕੇਡ ਲਾ ਕੇ ਢਾਬਾ ਬੰਦ ਕੀਤਾ ਗਿਆ ਆ, ਉਹ ਹਟਾਉਣੇ ਕਿੱਦਾਂ ਆ? ਜਿਵੇਂ ਪਹਿਲਾਂ ਹਟਾਏ ਗਏ ਸੀ ਬੈਰੀਕੇਡ ਉਵੇਂ ਹਟਾਉਣੇ ਆ ਜਾਂ ਕੋਈ ਅਪੀਲ ਦਲੀਲ ਕਰਨੀ ਆ? ਕਿਸਾਨ ਮੋਰਚੇ ਦੇ ਆਗੂਆਂ ਨੂੰ ਵੀ ਸੋਚਣਾ ਚਾਹੀਦਾ ਆ। ਪਰ ਇੰਨੀ ਗੱਲ ਪੱਕੀ ਆ ਕਿ ਰਾਮ ਸਿੰਘ ਰਾਣਾ ਉਹਨਾਂ ਦੀ ਬਾਂਹ ਜ਼ਰੂਰ ਫੜਨੀ ਚਾਹੀਦੀ ਆ, ਕਿਉਂਕਿ ਉਸ ਵੇਲੇ ਖੜੇ ਸੀਗੇ ਕਿਸਾਨ ਮੋਰਚੇ ਨਾਲ ਜਦੋਂ ਕੋਈ ਹੋਰ ਜਿਹੜਾ ਨਹੀਂ ਖੜਦਾ ਸੀਗਾ। ਬਹੁਤੇ ਲੋਕ ਭੱਜ ਗਏ ਸੀਗੇ, ਅਤੇ ਜੇ ਅੱਜ ਉਹਨਾਂ ਦੀ ਬਾਂਹ ਨਹੀਂ ਫੜਦੇ ਤਾਂ ਕੱਲ੍ਹ ਨੂੰ ਕੋਈ ਹੋਰ ਫਿਰ ਅੱਗੇ ਆਉਣ ਦੇ ਵਾਸਤੇ ਰਾਜੀ ਜਿਹੜਾ ਆ ਨਹੀਂ ਹੋਣਾ। ਕਰੋਨਾ ਵਾਇਰਸ ਜਿਹੜਾ ਆ ਬਹੁਤ ਲੰਮੀ ਬਿਮਾਰੀ ਹੋ ਚੁੱਕੀ ਆ। ਲੋਕ ਅੱਕੇ ਪਏ ਆ ਵੀ ਉਹਨਾਂ ਨੂੰ ਲੱਗਦਾ ਵੀ ਹੁਣ ਕਿਹੜੀ ਘੜੀ ਇਹ ਖਤਮ ਹੋਵੇ ਤਾਂ ਅਸੀਂ ਜਿਹੜੇ ਦੁਬਾਰਾ ਬਾਹਰ ਨਿਕਲਣ ਲੱਗੀਏ। ਅਜਿਹੇ ਮੌਕੇ ਬਹੁਤ ਸਾਰੇ ਲੋਕ ਜਿਹੜੇ ਆ ਟੀਕੇ ਲਵਾ ਰਹੇ ਆ, ਅਤੇ ਟੀਕੇ ਲਵਾਉਣ ਤੋਂ ਬਾਅਦ ਜਿਹੜਾ ਹੁਣ ਇੱਕ ਨਵੀਂ ਗੱਲ ਜਿਹੜੀ ਸਾਹਮਣੇ ਆ ਰਹੀ ਆ ਕਿ ਇੱਕ ਡੈਲਟਾ ਵੇਰੀਐਂਟ ਜਿਹੜਾ ਅਲਫਾ ਤੋਂ ਬਾਅਦ ਡੈਲਟਾ ਵੇਰੀਐਂਟ ਜਿਹੜਾ ਕਿ ਇੰਡੀਆ ਦੇ ਵਿੱਚ ਬਹੁਤ ਪ੍ਰਚਲਿਤ ਰਿਹਾ, ਬਹੁਤ ਸਾਰੀਆਂ ਜਾਨਾਂ ਇਹਦੇ ਕਰਕੇ ਗਈਆਂ। ਉਹਦੇ ਕੇਸ ਜਿਹੜੇ ਕੈਨੇਡਾ ਵਿੱਚ ਵੀ ਲੱਭੇ ਆ, ਅਮਰੀਕਾ ਦੇ ਵਿੱਚ ਵੀ, ਅਤੇ ਇਸ ਦੇ ਨਾਲ ਦੀ ਨਾਲ ਇੰਗਲੈਂਡ ਦੇ ਵਿੱਚ ਵੀ। ਹੁਣ ਜਿਹੜੇ ਅੱਜ ਇੰਡੀਆ ਦੇ ਸਾਇੰਸਦਾਨ ਨੇ, ਡਾਕਟਰ ਨੇ, ਉਹਨਾਂ ਨੇ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਡੈਲਟਾ ਤੋਂ ਵੀ ਉੱਪਰ ਇੱਕ ਡੈਲਟਾ ਪਲੱਸ ਵੇਰੀਐਂਟ ਜਿਹੜਾ ਆ ਉਹ ਮਹਾਰਾਸ਼ਟਰ ਦੇ ਵਿੱਚ ਲੱਭਿਆ ਆ। ਤਕਰੀਬਨ 16 ਕੇਸ ਜਿਹੜੇ ਸਟੇਟ ਦੇ ਵਿੱਚ ਡੈਲਟਾ ਪਲੱਸ ਵੇਰੀਐਂਟ ਦੇ ਲੱਭੇ ਆ। ਉੱਥੋਂ ਦੇ ਜਿਹੜੇ ਮੁੱਖ ਸਿਹਤ ਅਧਿਕਾਰੀ ਨੇ ਰਜੇਸ਼ ਭੂਸ਼ਣ, ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਦੱਸਿਆ, ਉਹ ਕਹਿੰਦੇ ਵੀ ਵੇਰੀਐਂਟ ਕਾਫੀ ਖਤਰਨਾਕ ਆ, ਬਹੁਤ ਤੇਜ਼ੀ ਦੇ ਨਾਲ ਫੈਲਦਾ ਆ। ਇਹ ਗੱਲ ਹੈਗੀ ਆ ਕਿ ਜਿਨ੍ਹਾਂ ਲੋਕਾਂ ਦੇ 2-2 ਟੀਕੇ ਲੱਗੇ ਹੋਏ ਆ ਉਹਨਾਂ ਦੇ ਉੱਤੇ ਇਹ ਅਸਰ ਨਹੀਂ ਕਰਦਾ, ਪਰ ਜਿਨ੍ਹਾਂ ਲੋਕਾਂ ਦੇ ਟੀਕੇ ਲੱਗੇ ਹੋਏ ਆ ਉਹ ਇਹਨੂੰ ਕੈਰੀ ਕਰ ਸਕਦੇ ਆ। ਮਤਲਬ ਜਾਣੀ ਕਿ ਹੁਣ ਜੇ ਮੇਰੇ ਟੀਕੇ ਲੱਗੇ ਹੋਏ ਆ
ਮੈਨੂੰ ਹੋ ਸਕਦਾ ਕਰੋਨਾ ਜਿਹੜਾ ਆ ਉਹ ਡੈਲਟਾ ਦਾ ਵੇਰੀਐਂਟ ਚੁੰਬੜਿਆ ਹੋਵੇ, ਪਰ ਮੇਰੇ 'ਤੇ ਅਸਰ ਨਾ ਕਰੇ ਕੋਈ, ਕਿਉਂਕਿ ਮੇਰੇ ਟੀਕੇ ਲੱਗੇ ਹੋਏ ਆ। ਪਰ ਮੈਂ ਇਹ ਵੇਰੀਐਂਟ ਕੈਰੀ ਕਰ ਸਕਦਾ, ਨਾਲ ਲਿਜਾ ਸਕਦਾ, ਕਿਸੇ ਉਸ ਬੰਦੇ ਨੂੰ ਦੇ ਸਕਦਾ ਜਿਹਦੇ ਕਿ ਟੀਕੇ ਨਹੀਂ ਲੱਗੇ ਹੋ, ਅਤੇ ਉਹਦੇ ਫਿਰ ਜਿਹੜਾ ਜ਼ਿਆਦਾ ਅਸਰ ਜਿਹੜਾ ਉਹ ਕਹਿੰਦੇ ਕਰ ਸਕਦਾ ਆ, ਮੌਤ ਵੀ ਹੋ ਸਕਦੀ ਆ। ਹੁਣ ਇਸ ਗੱਲ ਨੂੰ ਲੈ ਕੇ ਜਿਹੜਾ ਆ ਡਰ ਪਾਇਆ ਜਾ ਰਿਹਾ, ਇੰਗਲੈਂਡ ਦੇ ਵਿੱਚ ਵੀ, ਅਮਰੀਕਾ ਕੈਨੇਡਾ ਦੇ ਵਿੱਚ ਵੀ ਗੱਲਬਾਤ ਤੁਰ ਪਈ ਆ, ਅਤੇ ਨਾਲ ਦੀ ਨਾਲ ਗੱਲ ਇਹ ਵੀ ਤੁਰ ਪਈ ਆ ਕਿ ਬਹੁਤ ਸਾਰੇ ਲੋਕ ਅਜਿਹੇ ਆ ਜਿਹਨਾਂ ਨੇ ਹਜੇ ਤੱਕ ਟੀਕੇ ਲਵਾਏ ਨਹੀਂ ਹੈਗੇ। ਅਮਰੀਕਾ ਦੇ ਵਿੱਚ ਤਾਂ ਖਾਸ ਕਰਕੇ ਬਹੁਤ ਵੱਡੀ ਗਿਣਤੀ ਆ, ਤਕਰੀਬਨ 40% ਦੇ ਕਰੀਬ ਲੋਕ ਦੱਸਦੇ ਆ ਜਿਹੜੇ ਕਿ ਟੀਕੇ ਲਵਾਉਣ ਲਈ ਰਾਜ਼ੀ ਨਹੀਂ। ਉਹ ਕਹਿੰਦੇ ਵੀ ਸਾਡਾ ਇਮਿਊਨ ਸਿਸਟਮ ਹੀ ਬਹੁਤ ਵਧੀਆ ਆ, ਇਹ ਟੀਕੇ ਜਿਹੜੇ ਆ ਸਾਡਾ DNA ਚੇਂਜ ਕਰ ਦੇਣਗੇ। ਇਸੇ ਤਰ੍ਹਾਂ ਇੰਡੀਆ ਦੇ ਵਿੱਚ ਵੀ, ਇੰਗਲੈਂਡ ਵਿੱਚ ਵੀ, ਕੈਨੇਡਾ ਦੇ ਵਿੱਚ ਵੀ 20% ਲੋਕ ਅਜਿਹੇ ਆ ਜਿਹੜੇ ਕਿ ਵੈਕਸੀਨ ਦੇ ਉੱਤੇ ਭਰੋਸਾ ਨਹੀਂ ਕਰ ਰਹੇ ਅਤੇ ਵਾਰ-ਵਾਰ ਇਹੀ ਕਹਿ ਰਹੇ ਆ ਕਿ ਅਸੀਂ ਵੈਕਸੀਨ ਨਹੀਂ ਲਵਾਉਣਾ। ਜਿੱਥੇ ਇੱਕ ਪਾਸੇ ਬਾਰਡਰ ਖੋਲ੍ਹਣ ਦੀਆਂ ਗੱਲਾਂ ਚੱਲ ਰਹੀਆਂ, ਫਲਾਈਟਾਂ ਖੋਲ੍ਹਣ ਦੀਆਂ ਗੱਲਾਂ ਚੱਲ ਰਹੀਆਂ, ਉੱਥੇ ਜਿਹੜਾ ਡੈਲਟਾ ਦਾ ਪਲੱਸ ਵੇਰੀਐਂਟ ਆ, ਇਹਨੇ ਇੱਕ ਵਾਰੀ ਜਿਹੜੇ ਆ ਭਰਵੱਟੇ ਫੇਰ ਚੁਕਾ ਦਿੱਤੇ ਆ, ਅਤੇ ਲੋਕ ਜਿਹੜੇ ਆ ਸੋਚਣ ਲਈ ਮਜਬੂਰ ਜਿਹੜੇ ਇਸ ਗੱਲ ਨੂੰ ਲੈ ਕੇ ਹੋਏ ਆ ਵੀ ਇਹ ਝੂਠੇ ਹੋ ਜਾਵੇ, ਹੁਣ ਕਿਤੇ ਇਹ ਗੱਲ ਮੁੜ ਕੇ ਨਾ ਹੋਵੇ ਕਿ ਚੌਥੀ ਵੇਵ ਜਿਹੜੀ ਆ ਉਹ ਆ ਰਹੀ ਆ। ਕਿਉਂਕਿ ਲੋਕ ਹੁਣ ਬੁਰੀ ਤਰ੍ਹਾਂ ਹਰ ਪੱਖੋਂ ਜਿਹੜੇ ਅੱਕੇ ਪਏ ਆ ਕਿ ਉਹ ਚਾਹੁੰਦੇ ਨਹੀਂ ਹੈਗੇ ਕਿ ਦੁਬਾਰਾ ਜਿਹੜਾ ਕੋਈ ਲੋਕਡਾਊਨ ਆ ਉਹ ਲੱਗੇ। ਗੱਲ ਕਰਾਂਗੇ ਰਾਜਸਥਾਨ ਦੇ ਬਜ਼ੁਰਗ ਸ਼ਿਵਚਰਨ ਯਾਦਵ ਹੋਣਾ ਦੀ। ਸ਼ਿਵਚਰਨ ਯਾਦਵ ਹੋਣੀ ਜਿਹੜੇ ਆ ਆਪਣੇ ਹੱਠ ਕਰਕੇ, ਆਪਣੇ ਅੜੀ ਕਰਕੇ ਜਿਹੜੇ ਆ ਉਹ ਅੱਜ ਖਬਰਾਂ ਦਾ ਜਿਹੜਾ ਸ਼ਿੰਗਾਰ ਬਣੇ ਹੋਏ ਆ। 86 ਸਾਲਾਂ ਦੇ ਬਜ਼ੁਰਗ ਜਿਹੜੇ ਆ, ਇਹਨਾਂ ਦੀ ਜਿਹੜੀ ਜੇ ਤੁਸੀਂ ਅੱਜ ਦੀ ਵੀਡੀਓ ਦੇਖੇ ਤਾਂ ਬਹੁਤ ਜਿਹੜੀ ਉਹਨਾਂ ਦੀ ਸਿਹਤ ਕਮਜ਼ੋਰ ਹੋ ਚੁੱਕੀ ਆ, ਸੋਟੀ ਦਾ ਸਹਾਰਾ ਲੈ ਕੇ ਉਹ ਤੁਰ ਰਹੇ ਆ। ਪਰ ਇਹਨਾਂ ਦੀ ਜਿਹੜੀ ਗੱਲਬਾਤ ਖੂਬੀ ਜਿਹੜੀ ਕਰਕੇ ਇਹਨਾਂ ਦੀ ਚਰਚਾ ਹੋ ਰਹੀ ਆ ਉਹ ਇਹ ਆ ਕਿ ਇਹਨਾਂ ਨੇ ਆਪਣੇ ਮਨ 'ਚ ਤਹਈਆ ਕਰ ਲਿਆ, ਕਹਿੰਦੇ ਵੀ ਜਿੰਨਾ ਚਿਰ ਮੈਂ 10ਵੀਂ ਦੀ ਕਲਾਸ ਜਿਹੜੀ ਪਾਸ ਨਹੀਂ ਕਰ ਲੈਂਦਾ ਉਹਨਾਂ ਚਿਰ ਵਿਆਹ ਨਹੀਂ ਕਰਾਊਂਗਾ। ਸੋ ਅੱਡ ਚੈਨਲਾਂ ਦੇ ਉੱਤੇ ਜਿਹੜੀਆਂ ਖਬਰਾਂ ਮਿਲ ਰਹੀਆਂ ਜਾਂ ਜਿਹੜੀ ਜਾਣਕਾਰੀ ਉੱਥੋਂ ਬਾਹਰ ਆ ਰਹੀ ਆ ਉਹਦੇ ਮੁਤਾਬਕ ਦੱਸਦੇ ਆ ਕਿ ਹੜਤਾਲਵੀਂ ਵਾਰ ਸੀ ਐਤਕੀ ਉਹਨਾਂ ਨੇ 10ਵੀਂ ਦਾ ਐਗਜ਼ਾਮ ਦੇਣਾ ਸੀ, ਕਿਉਂਕਿ 47 ਵਾਰੀ ਉਹ ਪਹਿਲਾਂ ਫੇਲ ਹੋ ਚੁੱਕੇ ਆ। ਸੋ 48ਵੀਂ ਵਾਰੀ ਉਹਨਾਂ ਨੇ ਐਗਜ਼ਾਮ ਦੇਣਾ ਸੀ। ਕੁਦਰਤੀ ਹਾਲਾਤ ਇਹੋ ਜਿਹੇ ਬਣ ਗਏ ਕਿ ਕਰੋਨਾ ਦੇ ਕਰਕੇ ਜਿਹੜੇ ਆ ਪੇਪਰ ਹੀ ਨਹੀਂ ਹੋਏ, ਤਾਂ ਉਹਨਾਂ ਨੇ ਸਾਰੀ ਜਮਾਤ ਨੂੰ ਹੀ ਪਾਸ ਕਰਤਾ। ਜਿਹੜੇ ਬਜ਼ੁਰਗ ਸੀਗੇ ਸ਼ਿਵਚਰਨ ਯਾਦਵ, ਉਮਰ 86 ਸਾਲ, ਇਹਨਾਂ ਨੂੰ ਵੀ ਪਾਸ ਕਰ ਦਿੱਤਾ ਗਿਆ। ਸਕੂਲ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਸੱਦਾ ਦਿੱਤਾ ਗਿਆ ਵੀ ਤੁਸੀਂ ਪਾਸ ਹੋ ਗਏ ਆ, ਕਿ ਆਪਣਾ ਸਰਟੀਫਿਕੇਟ ਜਿਹੜਾ ਆ ਉਹ ਲੈ ਜਾਓ। ਤਾਂ ਬਜ਼ੁਰਗਾਂ ਦੀ ਹਠੀ ਦੇਖ ਲਓ, ਅੜੀ ਦੇਖ ਲਓ, ਕਹਿੰਦੇ ਵੀ ਨਹੀਂ, ਇਹ ਮੈਂ ਸਰਟੀਫਿਕੇਟ ਜਿਹੜਾ 10ਵੀਂ ਪਾਸ ਦਾ ਹਾਸਲ ਨਹੀਂ ਕਰ ਸਕਦਾ, ਕਿਉਂਕਿ ਮੈਂ ਪੜ੍ਹ ਕੇ ਪਾਸ ਹੋਣਾ ਆ। ਕਹਿੰਦੇ ਵੀ ਮੇਰੀ ਜ਼ਿੱਦ ਇਸੇ ਗੱਲ ਦੇ ਉੱਤੇ ਅੜੀ ਹੋਈ ਆ ਕਿ ਮੈਂ 10ਵੀਂ ਪੜ੍ਹ ਕੇ ਪਾਸ ਕਰਨੀ ਆ, ਮੈਂ ਇੱਦਾਂ ਖਰਾਤ ਦੇ ਵਿੱਚ ਸਰਟੀਫਿਕੇਟ ਜਿਹੜਾ ਆ ਉਹ ਨਹੀਂ ਲੈਣਾ। ਤੁਸੀਂ ਦੇਖ ਲਓ ਵੀ ਉਹ ਤਕਰੀਬਨ ਜ਼ਿੰਦਗੀ ਦਾ ਜਿਹੜਾ ਹੈਗਾ ਲਓ ਵੀ ਮੋਸਟਲੀ ਟਾਈਮ ਉਹਨਾਂ ਨੇ 10ਵੀਂ ਦੇ ਐਗਜ਼ਾਮ ਦਿੰਦੇ ਲੰਘਾ ਦਿੱਤਾ ਆ। ਅਤੇ ਇਸੇ ਅੜੀ ਦੇ ਵਿੱਚ ਵੀ ਜੇ ਵਿਆਹ ਕਰਾਉਣਾ ਆ ਤਾਂ ਸਿਰਫ 10ਵੀਂ ਪਾਸ ਕਰਕੇ ਕਰਾਉਣਾ ਆ, ਅਤੇ ਉਮਰ ਦੇ ਅਖੀਰਲੀ ਪੜਾਅ ਦੇ ਵਿੱਚ ਉਹ ਜਾ ਕੇ ਇਸ ਵੇਲੇ ਚੱਲ ਗਏ ਆ ਜੀ। ਗੱਲ ਵੱਡੇ ਬਾਦਲ ਸਾਹਿਬ ਉਹਨਾਂ ਦੀ ਕਰੀਏ ਤਾਂ ਕੋਟਕਪੂਰਾ ਜਿਹੜਾ ਪੁਲਿਸ ਗੋਲੀਬਾਰੀ ਮਾਮਲਾ ਆ, ਉਸ ਸੰਬੰਧੀ ਜਿਹੜੀ ਜਾਂਚ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਾਣਾ ਸੀਗਾ। ਪਹਿਲਾਂ ਉਹਨਾਂ ਨੇ ਬਿਮਾਰੀ ਦਾ ਬਹਾਨਾ ਲਾਇਆ ਸੀਗਾ, ਫਿਰ ਜਿਹੜੀ ਜਾਂਚ ਟੀਮ ਹੈਗੀ ਆ ADGP LK ਯਾਦਵ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਰਿਹਾਇਸ਼ ਦੇ ਉੱਤੇ ਅੱਜ ਪਹੁੰਚੀ ਆ। ਤਕਰੀਬਨ 3 ਘੰਟੇ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਆ, ਅਤੇ ਗਾਹਾਂ ਵੀ ਉਹਨਾਂ ਤੋਂ ਸਹਿਯੋਗ ਦੀ ਜਿਹੜੀ ਆਸ ਰੱਖੀ ਹੋਈ ਆ। ਬਾਦਲ ਹੋਣਾ ਨੇ ਵੀ ਇਹੀ ਕਿਹਾ ਕਿ ਮੇਰੀ ਖਰਾਬ ਸਿਹਤ ਰਹਿੰਦੀ ਆ, ਉਮਰ ਦਾ ਹਵਾਲਾ ਵੀ ਦਿੱਤਾ, ਪਰ ਫਿਰ ਵੀ ਕਹਿੰਦੇ ਮੈਂ ਜਿੰਨੀ ਵੀ ਕੋਸ਼ਿਸ਼ ਹੋ ਸਕਦੀ ਆ ਇਸ ਜਾਂਚ ਦੇ ਵਿੱਚ ਸਹਿਯੋਗ ਜਿਹੜਾ ਦਊਂਗਾ। ਪੂਰੇ ਵੇਰਵੇ ਕੀ ਰਹੇ, ਪੁੱਛਗਿੱਛ ਕੀ ਹੋਈ, ਸਵਾਲ ਕਿਹੋ ਜਿਹੇ ਸੀ, ਕਿਹਦੇ ਬਾਰੇ ਪੁੱਛਗਿੱਛ ਹੋਈ, ਇਹ ਜਾਂਚ ਦੀ ਗੱਲ ਜਿਹੜੀ ਆ ਹਾਲੇ ਬਾਹਰ ਨਹੀਂ ਆਈ। ਗੱਲ ਫਿਰ ਉਹੀ ਆ ਜਾਂਦੀ ਹੈ ਕਿ ਜਿੰਨਾ ਚਿਰ ਇਨਵੈਸਟੀਗੇਸ਼ਨ ਹੋ ਰਹੀ ਆ ਕੋਈ ਗੱਲ ਜਿਹੜੀ ਬਾਹਰ ਨਹੀਂ ਕੱਢੀ ਜਾਂਦੀ। ਪਰ ਇੱਕ ਗੱਲ ਪੱਕੀ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਕੁਝ ਹੋਣ ਵਾਲਾ ਆ। ਜਾਂਚਾਂ, ਇੱਕ ਦੂਜੇ ਦੇ ਮਗਰ ਪੈਣਾ, ਇੱਕ ਦੂਜੇ ਤੋਂ ਭੱਜ ਕੇ ਇੱਕ ਦੂਜੇ ਤੋਂ ਪਾਰਟੀ ਦੂਜੀ 'ਚ ਜਾਣਾ, ਇਹ ਸਾਰੇ ਡਰਾਮੇ ਜਿਹੜੇ ਹੁਣ ਅਗਲੇ 8-9 ਮਹੀਨੇ ਹੁੰਦੇ ਰਹਿਣੇ ਆ, ਤਾਂ ਕਿ ਆਪਣੇ ਵਿਰੋਧੀਆਂ ਨੂੰ ਕਮਜ਼ੋਰ ਕੀਤਾ ਜਾ ਸਕੇ, ਆਪਣੀ ਸਾਖ ਜਿਹੜੀ ਆ ਖੁੱਸੀ ਹੋਈ ਆ ਉਹਨੂੰ ਮੈਨੇਜ ਕੀਤਾ ਜਾ ਸਕੇ। ਸੋ ਇਹੋ ਜਿਹੀਆਂ ਗੱਲਾਂ ਬਾਤਾਂ ਹੁਣ ਇਹੋ ਜਿਹੀਆਂ ਜਾਂਚਾਂ ਦਾ ਕਈ ਗੱਲਾਂ ਸੁਣਨ ਦੇਖਣ ਨੂੰ ਮਿਲਣੀਆਂ। ਲੋਕਾਂ ਦੇ ਸਹਿਯੋਗੀ, ਲੋਕ ਪੱਖੀ ਹੋਣ ਦੇ ਜਿਹੜੇ ਡਰਾਮੇ ਆ ਉਹ ਲੀਡਰਾਂ ਵੱਲੋਂ ਕੀਤੇ ਜਾਣੇ ਆ। ਜੇ ਡਰਾਮਿਆਂ ਦੀ ਗੱਲ ਕਰੀਏ ਤਾਂ ਇੱਕ ਬਹੁਤ ਹਾਈ ਪ੍ਰੋਫਾਈਲ ਡਰਾਮਾ ਇਸ ਵੇਲੇ ਦਿੱਲੀ ਦਰਬਾਰ ਦੇ ਵਿੱਚ, ਕਾਂਗਰਸ ਦੇ ਦਰਬਾਰ 'ਤੇ ਚੱਲ ਰਿਹਾ, ਜਿੱਥੇ ਕਿ ਪੰਜਾਬ ਦੇ ਕਾਂਗਰਸੀ ਰੱਸਾਕੁਸ਼ੀ ਕਰ ਰਹੇ ਆ ਜੀ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਵੀ ਮੈਂ ਨਵਜੋਤ ਸਿੱਧੂ ਨੂੰ ਥੜੇ 'ਤੇ ਚੜ੍ਹ ਨਹੀਂ ਦੇਣਾ। ਨਵਜੋਤ ਸਿੱਧੂ ਕਹਿੰਦੇ ਵੀ ਥੜੇ ਤੋਂ ਨਹੀਂ, ਮੈਂ ਤਾਂ ਥੜੇ ਤੋਂ ਵੀ ਉੱਪਰ ਚੜ੍ਹਨਾ ਆ। ਸੋ ਮਤਲਬ ਕਿ ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਕਿ ਮੈਂ ਡਿਪਟੀ CM ਦਾ ਅਹੁਦਾ ਕਿਸੇ ਹਾਲਤ ਦੇ ਵਿੱਚ ਵੀ ਨਵਜੋਤ ਸਿੱਧੂ ਨੂੰ ਜਿਹੜਾ ਨਹੀਂ ਦੇ ਸਕਦਾ। ਅਤੇ ਨਵਜੋਤ ਸਿੱਧੂ ਕਹਿੰਦੇ ਵੀ ਮੈਨੂੰ ਇਹ ਤੋਂ ਘੱਟ ਕਬੂਲ ਕੋਈ ਨਹੀਂ, ਛੋਟਾ ਮੋਟਾ ਮੰਤਰੀ ਮੈਂ ਨਹੀਂ ਬਣਨਾ। ਸੋ ਇਸ ਨੂੰ ਲੈ ਕੇ ਕਾਫੀ ਕਿਆਸਰਾਈਆਂ ਚੱਲ ਰਹੀਆਂ। ਸਿਆਸੀ ਮਾਰ ਸਾਰੇ ਪੰਜਾਬ ਦੇ ਲੋਕ ਹੁਣ ਤੋਂ ਚੁੱਕਣਾ ਸਿਆਸੀ ਮਾਰ ਹੀ ਆ, ਜਿਹਨੂੰ ਮਰਜ਼ੀ ਤੁਸੀਂ ਛੇੜ ਕੇ ਪੁੱਛ ਲਓ, ਉਹ ਜਿਹੜੇ ਰਵੀਸ਼ ਕੁਮਾਰ ਨਾਲੋਂ ਵਧੀਆ ਐਨਾਲਿਸਿਸ ਕਰ ਦਿੰਦੇ ਆ। ਸੋ ਉਹ ਕਹਿ ਰਹੇ ਆ ਕਿ ਵੀ ਜਿਹੜੇ ਇਹ ਸਿੱਧੂ ਆ, ਲੋਕ ਕਹਿ ਰਹੇ ਆ ਕਿ ਹੁਣ ਇਹ ਪਾਰਟੀ ਬਦਲ ਸਕਦੇ ਆ। ਕੋਈ ਕਹਿੰਦਾ ਵੀ ਭਾਜਪਾ 'ਚ ਚਲੇ ਜਾਣਗੇ, ਕੋਈ ਕਹਿੰਦਾ ਜਿਹੜਾ ਜੀ ਉਹ ਹੁਣ ਆਮ ਆਦਮੀ ਪਾਰਟੀ ਜਾ ਸਕਦੇ ਆ। ਮੇਰੀ ਜਿਹੜੀ ਪਹਿਲੇ ਦਿਨ ਤੋਂ ਇੱਕ ਧਾਰਨਾ ਰਹੀ ਆ ਵੀ ਨਵਜੋਤ ਸਿੱਧੂ ਜਿਹੜਾ ਆ
ਉਹ 100% ਦਿਲੋਂ ਜਿਹੜਾ ਭਾਜਪਾਈ ਆ, ਜਿੱਥੇ ਮਰਜ਼ੀ ਚੱਲ ਜਾਵੇ ਭਾਜਪਾ ਉਹਦੇ ਅੰਦਰੋਂ ਨਹੀਂ ਨਿਕਲ ਸਕਦੀ ਕਦੀ ਵੀ। ਸਮਾਂ ਆਊਗਾ, ਤੁਸੀਂ ਇਹ ਦੇਖੋਗੇ, ਰੰਗ ਤੁਹਾਨੂੰ ਦੇਖਣ ਨੂੰ ਜਿਹੜਾ ਮਿਲ ਜਾਊਗਾ। ਵੈਸੇ ਜੇ ਗੱਲ ਕਰੀਏ ਤਾਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਭਾਜਪਾ ਤੋਂ ਦੂਰ ਨਹੀਂ ਹੈਗੀਆਂ। ਨਾ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਤੋਂ ਭੱਜੇ ਆ ਕਿਸੇ ਪਾਸੇ, ਨਾ ਅਕਾਲੀ ਦਲ ਅਤੇ ਨਾ ਹੀ ਆਮ ਆਦਮੀ ਪਾਰਟੀ। ਹੁਣ ਹਾਲਾਤ ਇਹੋ ਜਿਹੇ ਬਣੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਅਸਲ ਮੁੱਦੇ ਆ ਉਹ ਗਾਇਬ ਹੋ ਗਏ ਆ। ਪੰਜਾਬ ਦੇ ਵਿੱਚ ਜਿਹੜੀਆਂ ਹੋਰੇ ਗੱਲਾਂ ਜਿਹੜੀਆਂ ਆ, ਨਕਲੀ ਮੁੱਦੇ ਜਿਹੜੇ ਆ ਉਹ ਉਭਾਰੇ ਜਾ ਰਹੇ ਆ। ਲੋਕ ਵੀ ਅਜਿਹੇ ਹੀ ਆ, ਉਹਨਾਂ ਦੇ ਲਈ ਵੀ ਚੋਣਾਂ ਜਿਹੜੀਆਂ ਆ ਉਹ ਕੋਈ ਬਦਲਾਅ ਦਾ ਸਾਧਨ ਨਹੀਂ ਹੈਗੀਆਂ, ਇੱਕ ਮਨੋਰੰਜਨ ਦਾ ਸਾਧਨ ਹੀ ਬਣ ਕੇ ਰਹਿ ਗਈਆਂ ਆ। 8 ਮਹੀਨੇ ਜਿਹੜੀ ਹੁਣ ਇਹੀ ਨੂਰਾ ਕੁਸ਼ਤੀ ਜਿਹੜੀ ਆ ਚੱਲਣੀ ਆ, ਲੋਕਾਂ ਦੇ ਲਈ ਵੀ ਇਹ ਡਰਾਮੇ ਤੋਂ ਵੱਧ ਕੇ ਕੁਛ ਨਹੀਂ। ਲੋਕ ਇਹ 'ਚੋਂ ਇੰਜੋਏ ਕਰਨ ਲੱਗ ਪਏ ਆ ਨਾ ਚੋਣਾਂ ਦੇ ਵਿੱਚੋਂ। ਅਗਲੇ 8 ਮਹੀਨੇ ਪੰਜਾਬੀ ਆਪਣੀ ਮਨਪਸੰਦ ਖੇਡ ਜਿਹੜੀ ਆ, ਪੰਜਾਬ ਦੀਆਂ ਵਿਧਾਨ ਸਭਾ ਚੋਣਾਂ, ਉਹ ਅੱਡ ਅੱਡ ਮਹਾਜ਼ਾਂ ਦੇ ਉੱਤੋਂ ਖੇਡਣਗੇ ਅਤੇ ਉਦੋਂ ਬਾਅਦ ਅੱਡ ਅੱਡ ਤਬਸਰੇ ਕੀਤੇ ਜਾਣਗੇ। ਰਿਜ਼ਲਟ ਕੋਈ ਵੀ ਆਊਗਾ ਕਹਿਣਗੇ ਇਹੀ ਸਾਰੇ। ਦੇਖਿਆ, ਮੈਂ ਪਹਿਲਾਂ ਕਿਹਾ ਸੀਗਾ ਵੀ ਇੱਦਾਂ ਹੋਣੀ ਆ। ਸੋ ਜਿਹੜੀ ਸਿਆਸੀ ਮਾਰਾਂ ਵਾਲੀ ਗੱਲ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਕਿ ਪੰਜਾਬ ਦੇ ਲੋਕ ਹੁਣ ਸਾਰੇ ਸਿਆਸੀ ਮਾਰ ਆ, ਪਰ ਇਸ ਗੱਲ ਦਾ ਫਿਕਰ ਬਹੁਤ ਥੋੜ੍ਹਿਆਂ ਨੂੰ ਆ ਕਿ ਪੰਜਾਬ ਦਾ ਪਾਣੀ ਮੁੱਕ ਰਿਹਾ ਆ, ਪੰਜਾਬ ਦੀ ਜਵਾਨੀ ਜਿਹੜੀ ਆ ਉੱਥੋਂ ਬਾਹਰ ਨਿਕਲ ਰਹੀ ਆ, ਪੰਜਾਬ ਦੀ ਹਵਾ ਧਰਤੀ ਜਿਹੜੀ ਆ ਉਹ ਖਰਾਬ ਹੋ ਰਹੀ ਆ, ਪੰਜਾਬ ਨੂੰ ਇੱਕ ਬਸਤੀ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਆ। ਪੰਜਾਬ ਦੇ ਵਿੱਚ ਪੰਜਾਬੀ ਖਾਸਾ ਜਿਹੜਾ ਖਤਮ ਕੀਤਾ ਜਾ ਰਿਹਾ, ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ ਖਤਮ ਕੀਤਾ ਜਾ ਰਿਹਾ। ਹੋਰ ਜਿਵੇਂ ਇਜ਼ਰਾਈਲ ਫਲਸਤੀਨ 'ਤੇ ਕਾਬਜ਼ ਹੋ ਰਿਹਾ ਆ, ਫਲਸਤੀਨੀ ਘਟਦੇ ਜਾ ਰਹੇ ਆ। ਤਕਰੀਬਨ ਉਹੀ ਕੁਛ ਪੰਜਾਬ ਦੇ ਵਿੱਚ ਜਿਹੜਾ ਆ ਹੋ ਰਿਹਾ ਆ। ਪਰ ਬਹੁਤ ਥੋੜ੍ਹੇ ਲੋਕ ਆ ਜਿਹੜੇ ਇਸ ਗੱਲ ਨੂੰ ਮੰਨਦੇ ਆ, ਅਤੇ ਜਿਹੜੇ ਮੰਨਦੇ ਆ ਉਹ ਵੀ ਇਸ ਨੂੰ ਰੋਕਣ ਵਾਸਤੇ ਕੁਝ ਕਰਨ ਦੀ ਜੁਰਤ ਨਹੀਂ ਦਿਖਾ ਰਹੇ, ਜਾਂ ਉਹਨਾਂ ਦੇ ਹੱਥ ਬਸ ਕੁਛ ਨਹੀਂ ਕਿ ਉਹ ਕੁਛ ਕਰ ਸਕਣ ਜੀ। ਇੱਕ ਸਵਾਲ ਹੋਰ ਜਿਹੜਾ ਹਰੇਕ ਦੇ ਜ਼ਿਹਨ ਦੇ ਵਿੱਚ ਆ, ਉਹ ਇਹ ਹੈ ਕਿ ਕਦੀ ਮਨਪ੍ਰੀਤ ਬਾਦਲ, ਕਦੀ ਸਿਮਰਨਜੀਤ ਸਿੰਘ ਮਾਨ, ਕਦੀ ਬਲਵੰਤ ਸਿੰਘ ਰਾਮੂਵਾਲੀਆ, ਕਦੀ ਭਗਵੰਤ ਮਾਨ ਹੋਣੀ, ਕੋਈ ਨਾ ਕੋਈ ਜਿਹੜਾ ਬਾਹਰਲੀਆਂ ਜਿਹੜੇ ਲੋਕ ਨੇ, NRI ਨੇ, ਇਹਨਾਂ ਦੇ ਆਈ ਹੋਈ ਉੱਨ ਲਾਹੁਣ ਦੇ ਵਾਸਤੇ ਪਹੁੰਚਦਾ ਰਿਹਾ ਆ। ਅਤੇ ਉੱਨ ਲਹਾ ਕੇ ਬਾਹਰਲੇ ਖੁਸ਼ ਬੜੇ ਹੁੰਦੇ ਆ ਕਿ ਚਲੋ ਸਾਡੀ ਵੀ ਕਿਤੇ ਪੰਜਾਬ ਦੀ ਸਿਆਸਤ ਦੇ ਵਿੱਚ ਪੰਜੀ ਦਸੀ ਪੈ ਗਈ। ਅਤੇ ਹੁਣ ਐਤਕੀ ਕਰੋਨਾ ਦੇ ਕਰਕੇ ਕਿਤੇ ਲੀਡਰ ਨਹੀਂ ਉੱਧਰੋਂ ਆ ਰਹੇ, ਅਤੇ ਉੱਧਰੋਂ ਚੋਣਾਂ ਲੱਗ ਕੇ ਆਈਆਂ ਜਾ ਰਹੀਆਂ। ਸੋ ਬਾਹਰਲੇ NRI ਜਿਹੜੇ ਉਹ ਵੀ ਬੜੀ ਬੇਵਲ ਹੋ ਕੇ ਦੇਖ ਰਹੇ ਵੀ ਸਾਨੂੰ ਐਤਕੀ ਮੁੰਨਣ ਕੌਣ ਆਉਂਦਾ ਆ, ਵੀ ਨਵਜੋਤ ਸਿੱਧੂ ਹੁਣੀ ਆਉਂਦੇ ਆ, ਜਾਂ ਕਿਸਾਨ ਆਗੂ ਆਉਣ, ਜਾਂ ਕੋਈ ਹੋਰ ਆਵੇ, ਕਿਉਂਕਿ ਉੱਨ ਕਾਫੀ ਹੋਈ ਆ ਅਤੇ ਲਹਾਉਣ ਦੀਆਂ ਤਿਆਰੀਆਂ ਜਿਹੜੀਆਂ ਉਹ ਦਿਸ ਨਹੀਂ ਰਹੀਆਂ। ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਕੋਈ ਵੀ ਪੰਜਾਬ ਤੋਂ ਜਿਹੜਾ ਆਗੂ ਆਇਆ ਉਹ ਵਾਹਵਾ ਉੱਨ ਲਾ ਕੇ ਲਿਜਾ ਸਕਦਾ ਇੱਥੋਂ। ਕਾਫੀ ਉੱਨ ਦੀ ਪ੍ਰੋਡਕਸ਼ਨ ਜਿਹੜੀ ਆ ਹੋਈ ਆ। ਇੱਥੇ ਹੀ ਅੱਜ ਦੀ ਗੱਲਬਾਤ, ਅੱਜ ਦੀਆਂ ਖਬਰਾਂ ਖਤਮ ਕਰਨ ਦੀ ਆਗਿਆ ਬਖਸ਼ੋ। ਕੱਲ੍ਹ ਨੂੰ ਹੋਰ ਗੱਲਬਾਤ ਜਾਣਕਾਰੀ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।